ਸਤਿ ਸ਼੍ਰੀ ਅਕਾਲ। ਅੱਜ ਤੋਂ ਪਹਿਲਾਂ ਵਾਲੇ ਲੈਕਚਰ ਦੇ ਵਿੱਚ ਅਸੀਂ ਗੁਰੂ ਨਾਨਕ ਦੇਵ ਜੀ ਦੇ ਜੀਵਨ, ਸ਼ਖਸੀਅਤ ਤੇ ਉਹਨਾਂ ਦੀ ਵਿਚਾਰਧਾਰਾ ਬਾਰੇ ਜਾਣਿਆ। ਤੇ ਉਹਨਾਂ ਦਾ ਜੋ ਪਹਿਲਾ ਲਿਖਿਆ ਹੋਇਆ ਸ਼ਬਦ ਹੈ, ਜੋ ਤੁਹਾਡੇ ਸਿਲੇਬਸ ਵਿੱਚ ਲੱਗਿਆ ਹੈ, ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ, ਇਸ ਬਾਰੇ ਚਰਚਾ ਹੋਈ। ਅੱਜ ਸਾਡਾ ਵਿਸ਼ਾ, ਚਰਚਾ ਦਾ ਵਿਸ਼ਾ ਰਹੇਗਾ ਬਾਝ ਗੁਰੂ ਡੋਬਾ ਸੰਸਾਰ। ਗੁਰੂ ਨਾਨਕ ਦੇਵ ਜੀ ਦਾ ਸ਼ਬਦ ਹੈ, ਬਾਝ ਗੁਰੂ ਡੋਬਾ ਸੰਸਾਰ। ਗੁਰੂ ਤੋਂ ਬਿਨਾਂ ਸੰਸਾਰ ਦੇ ਵਿੱਚ ਸਾਨੂੰ ਕਦੇ ਵੀ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ, ਕਿਉਂਕਿ ਗੁਰੂ ਤੋਂ ਬਿਨਾਂ ਭਵ ਸਾਗਰ ਤੋਂ ਪਾਰ ਉਤਾਰਨ ਵਾਲਾ ਕੋਈ ਨਹੀਂ ਹੈ। ਪਹਿਲੇ ਪਿਆਰ ਲੱਗਾ ਥਨ ਦੁੱਧ, ਦੂਜੇ ਮਾਏ ਬਾਪ ਕੀ ਸੁਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ। ਕਹਿੰਦੀ ਪਹਿਲੇ ਪਿਆਰ ਲੱਗਾ ਥਨ ਦੁੱਧ। ਇਹ ਜਿਹੜਾ ਸ਼ਬਦ ਹੈ, ਇਹ ਵਾਰ ਮਾਝ ਦੇ ਵਿੱਚੋਂ ਲਿਆ ਗਿਆ ਹੈ, ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਬਾਝ ਗੁਰੂ ਡੋਬਾ ਸੰਸਾਰ ਇਸ ਦੀ ਲਿਖੀ ਹੈ ਤੇ ਵਾਰ ਮਾਝ ਵਿੱਚੋਂ ਲਿਆ ਗਿਆ ਹੈ ਤੇ ਸਾਡੀ ਕਾਵ ਜੋਤਾਂ ਪੁਸਤਕ ਦੇ ਵਿੱਚ ਸ਼ਾਮਿਲ ਹੈ। ਇਸ ਦੇ ਵਿੱਚ ਗੁਰੂ ਨਾਨਕ ਦੇਵ ਜੀ ਕੀ ਆਖਦੇ ਹਨ? ਇਸ ਵਿੱਚ ਗੁਰੂ ਨਾਨਕ ਦੇਵ ਜੀ ਆਖਦੇ ਹਨ, ਮਨੁੱਖੀ ਜੀਵਨ ਦੇ ਬਾਰੇ ਵਰਣਨ ਕੀਤਾ ਹੈ। ਕਹਿੰਦੇ ਜੋ ਮਨੁੱਖ ਦਾ ਜੀਵਨ ਹੈ, ਜਨਮ ਤੋਂ ਲੈ ਕੇ ਮਰਨ ਤੱਕ ਦੀਆਂ ਜਿਹੜੀਆਂ 10 ਅਵਸਥਾਵਾਂ ਹਨ, ਉਸ ਦਾ ਵਰਣਨ ਕਰਦਾ ਹੈ। ਕਹਿੰਦੇ ਇਸਤਰੀ ਦੇ ਰਾਹੀਂ ਗੁਰੂ ਜੀ ਨੇ ਸੰਸਾਰ ਦੀ ਨਾਸ਼ਮਾਨਤਾ ਦਾ ਵਰਣਨ ਕਰਦਿਆਂ ਹੋਇਆਂ ਸੰਸਾਰੀ ਮਨੁੱਖ ਦੇ ਲਈ ਗੁਰੂ ਦੀ ਲੋੜ ਦੇ ਉੱਤੇ ਜ਼ੋਰ ਦਿੱਤਾ ਹੈ। ਗੁਰੂ ਜੀ ਦਾ ਇਹ ਸ਼ਬਦ ਮਨੁੱਖਤਾ ਦੇ ਲਈ ਇੱਕ ਜੀਵਨ ਦਾ ਸੁਨੇਹਾ ਹੈ, ਸੰਦੇਸ਼ ਹੈ। ਪਹਿਲੇ ਪਿਆਰ ਲੱਗਾ ਥਨ ਦੁੱਧ। ਗੁਰੂ ਨਾਨਕ ਦੇਵ ਜੀ ਨੇ ਮਨੁੱਖੀ ਜਨਮ ਤੋਂ ਲੈ ਕੇ ਉਸਦੇ ਮਰਨ ਤੱਕ ਦੇ ਜੀਵਨ ਨੂੰ 10 ਹਿੱਸਿਆਂ ਦੇ ਵਿੱਚ ਵੰਡਿਆ ਹੈ। ਸਭ ਤੋਂ ਪਹਿਲਾਂ ਜੀਵਨ ਦੀ ਪਹਿਲੀ ਅਵਸਥਾ ਦਾ ਵਰਣਨ ਕਰਦੇ ਹਨ। ਕਹਿੰਦੇ ਜੀਵਨ ਦੀ ਪਹਿਲੀ ਅਵਸਥਾ ਦੇ ਵਿੱਚ ਮਨੁੱਖ ਦਾ ਪਿਆਰ, ਕਹਿੰਦੇ ਪਹਿਲੇ ਪਿਆਰ ਲੱਗਾ ਥਨ ਦੁੱਧ। ਮਨੁੱਖ ਦਾ ਪਿਆਰ ਆਪਣੀ ਮਾਂ ਦੇ ਦੁੱਧ ਨਾਲ ਹੁੰਦਾ ਹੈ। ਦੂਜੇ ਮਾਏ ਬਾਪ ਕੀ ਸੁਧ। ਤੇ ਫਿਰ ਦੂਜੀ ਅਵਸਥਾ ਦੇ ਵਿੱਚ ਭਾਵ ਕੁਝ ਵੱਡਾ ਹੋਣ ਤੇ ਉਸਨੂੰ ਆਪਣੇ ਮਾਂ ਬਾਪ ਦੀ ਜਾਂ ਮਾਤਾ ਪਿਤਾ ਦੀ ਸੋਝੀ ਹੋ ਜਾਂਦੀ ਹੈ। ਤੀਜੇ ਭਈਆ ਭਾਬੀ ਬੇਬ। ਤੀਜੀ ਅਵਸਥਾ ਦੇ ਵਿੱਚ ਉਸ ਨੂੰ ਆਪਣੇ ਭਈਆ ਭਰਾ, ਭਾਬੀ ਬੇਬ ਭੈਣ। ਕਹਿੰਦੇ ਤੀਜੀ ਅਵਸਥਾ ਵਿੱਚ ਉਸ ਨੂੰ ਆਪਣੇ ਭਰਾ, ਭੈਣ ਤੇ ਭਾਬੀ ਦੀ ਪਛਾਣ ਵੀ ਹੋ ਜਾਂਦੀ ਹੈ ਅਤੇ ਉਹਨਾਂ ਦੇ ਨਾਲ ਉਹ ਪਿਆਰ ਪਾ ਲੈਂਦਾ ਹੈ। ਚੌਥੇ ਪਿਆਰ ਉਪੰਨੀ ਖੇਡ। ਕਹਿੰਦੇ ਚੌਥੀ ਅਵਸਥਾ ਦੇ ਵਿੱਚ ਪੁੱਜ ਕੇ ਉਸ ਨੂੰ ਖੇਡਾਂ ਦੇ ਨਾਲ ਪਿਆਰ ਪੈ ਜਾਂਦਾ ਹੈ ਤੇ ਉਸ ਵਿੱਚ ਖੇਡਾਂ ਖੇਡਣ ਦੀ ਜਿਹੜੀ ਰੁਚੀ ਹੈ ਉਹ ਉਪਜਦੀ ਹੈ, ਪੈਦਾ ਹੁੰਦੀ ਹੈ। ਪੰਜਵੇਂ ਖਾਣ ਪੀਣ ਕੀ ਧਾਤ। ਕਹਿੰਦੇ ਪੰਜਵੇਂ ਪੜਾਅ ਤੇ ਪੁੱਜ ਕੇ ਮੂੰਹ ਦੇ ਸਵਾਦ ਕਾਰਨ ਉਸ ਵਿੱਚ ਖਾਣ ਪੀਣ ਦੀ ਚੇਸ਼ਟਾ ਵੱਧਦੀ ਹੈ। ਉਸ ਨੂੰ ਖਾਣ ਪੀਣ ਦੀਆਂ ਚੀਜ਼ਾਂ ਦੇ ਨਾਲ ਪਿਆਰ ਪੈ ਜਾਂਦਾ ਹੈ। ਛੇਵੇਂ ਕਾਮ ਨ ਪੁੱਛੇ ਜਾਤ। ਛੇਵੀਂ ਅਵਸਥਾ ਦੇ ਵਿੱਚ ਪੁੱਜ ਕੇ ਜੀਵ ਦੇ ਅੰਦਰ ਕਾਮ ਉਪਜ ਜਾਂਦਾ ਹੈ, ਲੋਭ ਲਾਲਚ ਉਪਜ ਜਾਂਦਾ ਹੈ ਜਾਂ ਪੈਦਾ ਹੋ ਜਾਂਦਾ ਹੈ। ਕਹਿੰਦੇ ਫਿਰ ਉਸ ਨੂੰ ਜਾਤ ਪਾਤ ਕੁਝ ਵੀ ਨਜ਼ਰ ਨਹੀਂ ਆਉਂਦੀ। ਇਸੇ ਤਰ੍ਹਾਂ ਜਵਾਨੀ ਵਿੱਚ ਆ ਕੇ ਉਸ ਦਾ ਸੰਸਾਰ ਦੇ ਨਾਲ ਪਿਆਰ ਪੈਦਾ ਹੋ ਜਾਂਦਾ ਹੈ ਤੇ ਉਸਦੀ ਜਿਹੜੀ ਕਾਮ ਵਾਸਨਾ ਹੈ ਉਹ ਵੱਧ ਜਾਂਦੀ ਹੈ। ਸਤਵੇਂ ਸੰਜ ਕੀਆ ਘਰ
ਵਾਸ। 7ਵੀਂ ਅਵਸਥਾ ਦੇ ਵਿੱਚ ਪੁੱਜ ਕੇ ਕਹਿੰਦੇ ਉਸ ਵਿੱਚ ਸੰਜ ਤੋਂ ਭਾਵ ਲੋਭ ਲਾਲਚ, ਕਹਿੰਦੇ ਲੋਭ ਅਤੇ ਲਾਲਚ ਵੱਧ ਜਾਂਦਾ ਹੈ, ਜਿਸ ਕਾਰਨ ਆਪਣਾ ਘਰ-ਬਾਰ ਵਸਾਉਣ ਦੇ ਲਈ ਧਨ ਇਕੱਠਾ ਕਰਨ ਲੱਗ ਪੈਂਦਾ ਹੈ। 8ਵੀਂ ਕ੍ਰੋਧ ਹੋਵਾ ਤਨ ਨਾਸ। ਜਦੋਂ ਉਹ 8ਵੇਂ ਪੜਾਅ 'ਤੇ ਪੁੱਜਦਾ ਹੈ ਤਾਂ ਉਸ ਵਿੱਚ ਗੁੱਸਾ ਜਾਂ ਕ੍ਰੋਧ ਹੋਰ ਵੀ ਵੱਧ ਜਾਂਦਾ ਹੈ। ਇਸੇ ਕ੍ਰੋਧ ਵਿੱਚ ਸੜ ਕੇ ਹੀ ਉਹ ਆਪਣੇ ਸਰੀਰ ਦਾ ਨਾਸ਼ ਕਰ ਲੈਂਦਾ ਹੈ। 9ਵੇਂ ਧੌਲੇ ਉੱਭੇ ਸਾ, 10ਵੇਂ ਦੱਦਾ ਹੋਵਾ ਸੁਆ। ਕਹਿੰਦੇ 9ਵੇਂ ਪੜਾਅ 'ਤੇ ਪੁੱਜ ਕੇ ਉਸਦੇ ਵਾਲ ਚਿੱਟੇ ਹੋ ਜਾਂਦੇ ਹਨ। ਧੌਲੇ ਚਿੱਟੇ ਭਾਵ ਉਸ ਨੂੰ ਬੁਢਾਪਾ ਘੇਰ ਲੈਂਦਾ ਹੈ। ਉੱਭੇ ਸਾਹ ਔਖੇ ਔਖੇ ਸਾਹ ਆਉਣੇ ਤੇ ਉਹ ਔਖੇ ਔਖੇ ਸਾਹ ਲੈਣ ਲੱਗ ਪੈਂਦਾ ਹੈ। 10ਵੇਂ ਦੱਦਾ ਹੋਵਾ ਸੁਆ। 10ਵੇਂ ਪੜਾਅ 'ਤੇ ਪੁੱਜ ਕੇ ਉਸਦਾ ਅੰਤਿਮ ਸਮਾਂ ਆ ਜਾਂਦਾ ਹੈ ਅਤੇ ਉਹ ਮਰ ਜਾਂਦਾ ਹੈ। ਉਸਦਾ ਸੰਸਕਾਰ ਕਰ ਦਿੱਤਾ ਜਾਂਦਾ ਹੈ। ਉਸਦਾ ਸਰੀਰ ਅੱਗ ਦੀ ਭੇਟ ਚੜ੍ਹ ਕੇ ਸੜ ਕੇ ਸਵਾਹ ਹੋ ਜਾਂਦਾ ਹੈ। ਇਸ ਤਰ੍ਹਾਂ ਗੁਰੂ ਜੀ ਦੱਸਦੇ ਹਨ ਕਿ ਜਿਹੜਾ ਸੰਸਾਰ ਹੈ ਇਹ ਨਾਸ਼ਵਾਨ ਹੈ। ਇਸ ਦੇ ਝੂਠੇ ਪਿਆਰ ਦੇ ਵਿੱਚ ਫਸ ਕੇ ਸਾਨੂੰ ਆਪਣਾ ਜੀਵਨ ਬਰਬਾਦ ਨਹੀਂ ਕਰਨਾ ਚਾਹੀਦਾ, ਸਗੋਂ ਉਸ ਪ੍ਰਭੂ ਦੇ ਚਰਨਾਂ ਵਿੱਚ ਹੀ ਆਪਣੀ ਲਿਵ ਜੋੜਨੀ ਚਾਹੀਦੀ ਹੈ। ਗਏ ਸਗੀਤ ਪੁਕਾਰੀ ਧਾ, ਉੱਡਿਆ ਹੰਸ ਦਸਾਏ ਰਾ। ਗੁਰੂ ਨਾਨਕ ਦੇਵ ਜੀ ਕਹਿੰਦੇ ਹਨ, ਕਹਿੰਦੇ ਜਦੋਂ ਇਹ ਜੀਵ ਆਪਣੀ ਜੀਵਨ ਯਾਤਰਾ ਪੂਰੀ ਕਰਕੇ ਤੁਰ ਜਾਂਦਾ ਹੈ, ਗਏ ਸਗੀਤ, ਗੀਤ ਹੁੰਦਾ ਚਲੇ ਜਾਣਾ, ਇਸ ਸੰਸਾਰ ਨੂੰ ਛੱਡ ਕੇ ਤੁਰ ਜਾਣਾ। ਪੁਕਾਰੀ ਧਾ, ਫਿਰ ਉਸਦੇ ਜਿਹੜੇ ਸੰਗੀ ਸਾਥੀ ਸੰਬੰਧੀ ਹੁੰਦੇ ਹਨ ਉਹ ਢਾਹਾਂ, ਧਾ ਤੋਂ ਭਾਵ ਢਾਹਾਂ ਮਾਰ ਮਾਰ ਕੇ ਰੋਂਦੇ ਹਨ। ਉੱਡਿਆ ਹੰਸ ਦਸਾਏ ਰਾ, ਤੇ ਮਨੁੱਖ ਦਾ ਜਿਹੜਾ ਭੌਰ ਹੈ ਭਾਵ ਆਤਮਾ ਹੈ ਉਸਦੇ ਸਰੀਰ ਦੇ ਵਿੱਚੋਂ ਨਿਕਲ ਜਾਂਦਾ ਹੈ, ਉਡਾਰੀ ਮਾਰ ਜਾਂਦਾ ਹੈ। ਕਹਿੰਦੇ ਇਸ ਤਰ੍ਹਾਂ ਇਹ ਜੀਵ ਇਸ ਸੰਸਾਰ ਵਿੱਚ ਆਉਂਦਾ ਹੈ ਤੇ ਟੁਰ ਜਾਂਦਾ ਹੈ। ਆਇਆ ਗਿਆ ਮੋਇਆ ਨਾਉ, ਪਿੱਛੇ ਪੱਤਲ ਸੱਦਿਓ ਕਾਉ। ਕਹਿੰਦੇ ਜੋ ਜੀਵ ਇਸ ਸੰਸਾਰ ਦੇ ਵਿੱਚ ਆਇਆ ਉਸਨੇ ਇੱਕ ਨਾ ਇੱਕ ਦਿਨ ਤੁਰ ਜਾਣਾ ਹੈ। ਇਸ ਜੀਵ ਸੰਸਾਰ ਵਿੱਚ ਆਉਂਦਾ ਹੈ ਤੇ ਤੁਰ ਜਾਂਦਾ ਹੈ। ਕਹਿੰਦੇ ਕੁਝ ਸਮਾਂ ਬੀਤਣ ਤੋਂ ਮਗਰੋਂ ਹੀ ਕਹਿੰਦੇ ਦੁਨੀਆ ਦੇ ਵਿੱਚੋਂ ਉਸ ਦਾ ਨਾਂ ਹੀ ਅਲੋਪ ਹੋ ਜਾਂਦਾ ਹੈ, ਭਾਵ ਕਿ ਲੋਕ ਉਸ ਨੂੰ ਯਾਦ ਤੱਕ ਵੀ ਨਹੀਂ ਕਰਦੇ। ਕਹਿੰਦੇ ਪਿੱਛੇ ਪੱਤਲ ਸੱਦਿਓ ਕਾਉ, ਪਿੱਛੋਂ ਲੋਕੀ ਕੀ ਕਰਦੇ ਨੇ, ਉਸ ਦੇ ਨਾਂ ਤੇ ਸ਼ਰਾਧ ਕਰਦੇ ਨੇ ਅਤੇ ਕਾਵਾਂ ਨੂੰ ਸੱਦਿਓ ਕਾਉ, ਕਾਵਾਂ ਨੂੰ ਰੋਟੀ ਖਵਾਉਂਦੇ ਹਨ। ਨਾਨਕ ਮਨਮੁਖ ਅੰਧ ਪਿਆਰ, ਬਾਝ ਗੁਰੂ ਡੋਬਾ ਸੰਸਾਰ। ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਪ੍ਰਭੂ ਤੋਂ ਬੇਮੁਖ ਹੋ ਕੇ ਜੀਵ ਸੰਸਾਰ ਦੀਆਂ ਝੂਠੀਆਂ ਵਸਤਾਂ ਦੇ ਨਾਲ ਪਿਆਰ ਪਾਉਂਦਾ ਹੈ, ਕਿਉਂਕਿ ਜੋ ਜੀਵ ਹੈ ਉਹ ਪਰਮਾਤਮਾ ਤੋਂ ਬੇਮੁਖ ਹੋ ਜਾਂਦਾ ਹੈ, ਸੰਸਾਰ ਦੀਆਂ ਝੂਠੀਆਂ ਵਸਤਾਂ ਦੇ ਨਾਲ, ਚੀਜ਼ਾਂ ਦੇ ਨਾਲ ਪਿਆਰ ਪਾਉਣਾ ਸ਼ੁਰੂ ਕਰ ਦਿੰਦਾ ਹੈ। ਕਹਿੰਦੇ ਉਹ ਸੰਸਾਰਿਕ ਅੰਧ ਪਿਆਰ, ਉਹ ਇਸ ਸੰਸਾਰਿਕ ਪਿਆਰ ਦੇ ਵਿੱਚ ਅੰਨਾ ਹੋ ਜਾਂਦਾ ਹੈ। ਬਾਝ ਗੁਰੂ ਡੋਬਾ ਸੰਸਾਰ, ਕਹਿੰਦੇ ਗੁਰੂ ਤੋਂ ਬੇਮੁਖ ਹੋ ਕੇ ਉਸ ਦਾ ਜਨਮ ਅਕਾਰਥ ਹੀ ਚਲਿਆ ਜਾਂਦਾ ਹੈ, ਵਿਅਰਥ ਹੀ ਚਲਿਆ ਜਾਂਦਾ ਹੈ। ਉਸ ਦੇ ਨਾਮ ਤੋਂ ਬਿਨਾਂ ਇਹ ਸੰਸਾਰ ਭਵ ਸਾਗਰ ਵਿੱਚ ਡੁੱਬਿਆ ਹੋਇਆ ਹੈ। ਸੋ ਗੁਰੂ ਤੋਂ ਬਿਨਾਂ ਸੰਸਾਰ ਦੀ ਮੁਕਤੀ ਨਹੀਂ ਹੋ ਸਕਦੀ। ਗੁਰੂ ਤੋਂ ਬਿਨਾਂ ਜੀਵ ਨੂੰ ਕਦੇ ਵੀ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ। ਇਸ ਕਰਕੇ ਗੁਰੂ ਜੀ ਬਾਰ-ਬਾਰ ਇਹ ਆਖਦੇ ਨੇ ਕਿ ਇਹ ਜੋ ਸੰਸਾਰ ਹੈ ਨਾਸ਼ਵਾਨ ਹੈ, ਜੋ ਦੁਨੀਆ ਹੈ ਉਹ ਝੂਠੀ ਹੈ, ਦੁਨੀਆ ਦੇ ਨਾਲ ਜਿਹੜਾ ਪਿਆਰ ਪਾਉਣਾ ਉਹ ਝੂਠਾ ਹੈ। ਇਸ ਕਰਕੇ ਸੰਸਾਰਿਕ ਜੀਵਾਂ ਨੂੰ
अपनी जिहड़ी लिव है वो प्रभु दे चरनां दे विच प्रभु दे चरनां दे विच ही अपनी लिव जोड़नी चाहिदी है। अगला शब्द है सिमल रुख सरायरा। सिमल रुख सरायरा जो श्री गुरु नानक देव जी की रचना है। ये शब्द आसा दी वार दे विचों लिया गया है। इस विच गुरु नानक देव जी ने मनुख नूं निमरता दा अमोलक गुण धारण करन ते अपने हिरदे नूं शुद्ध रखन दा उपदेश दिता है। सिमल रुख सरायरा अत दीरघ अत मुच। गुरु नानक देव जी सिमल दा एक रुख है उसका उदाहरण दिंदे होए कहंदे हन कि सिमल रुख सरायरा सरायरा हुंदा सीधा सादा विशाल रूप जिन्हें धारण किया हुंदा है। अत दीरघ दीरघ हुंदा बहुत ही वड्डा। मुच मुच हुंदा मोटे तने वाला जिसका ताना बहुत ही मोटा हुंदा है। इस तरह का जिहड़ा सिमल दा रुख हुंदा है। कहंदे सिमल दा रुख तीर दी तरह सीधा अत लम्मा ते मोटा भी हुंदा है। ओए जो आवे आस कर जाए निरासे कित। कहंदे पंछी की है उसका विशाल ਜਾਂ ਵੱਡਾ आकार वेख के ਅਤੇ ਕੁਝ ਖਾਣ ਦੀ ਆਸ ਕਰਕੇ ਉਸ ਰੁੱਖ ਦੇ ਉੱਤੇ ਆ ਬੈਠਦੇ ਹਨ। ਕਹਿੰਦੇ ਕਰ ਆਸ ਕਰ ਜਾਏ ਨਿਰਾਸੇ ਕਿਤ। ਪਰ ਜਦੋਂ ਉਹ ਵੇਖਦੇ ਹਨ ਕਿ ਉਸਦੇ ਕਹਿੰਦੇ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਭਤ ਕਿ ਉਸਦੇ ਜਿਹੜੇ ਫਲ ਹਨ ਉਹ ਤਾਂ ਬਿਲਕੁਲ ਫਿੱਕੇ ਹਨ बेसवादे हन। फुल बक बके फुल जिहड़े ने बेसवादे हन। कम न आवे पत जिहड़े उसदे पत्ते ने वो भी बेकार हन जो किसी भी कम नहीं आउंदे। तां उस अवस्था दे विच वो निराश हो के उथों उडारी मार जांदा है। गुरु नानक देव जी फरमाउंदे हन कि मिठत नीवी नानका गुण चंगियाइयां तत। गुरु नानक देव जी आखते हैं कि सानू हमेशा की है मिठा बोलना चाहिए है। नीवा हो के रहना ही सब तो चंगा गुण मन्या गया है। कहते निमरता दे विच ही मिठास है। नीवा हो के रहना ही सारे गुणा ते चंगियाइयां दा तत है निचोड़ है। सबको निवे आपको पर को निवे न कोय धर तराजू तोलिए निवे सुगोरा होए। गुरु नानक देव जी आखते ने कि हरेक जीव कहते सबको निवे आपको पर को निवे न कोय। हरेक जीव अपने स्वार्थ लई ही झुकदा है। सबको नीवें आपको जे मनुख दा अपना स्वार्थ है तो अपने स्वार्थ लई ही वो नीवा हुंदा है झुकदा है। पर को नीवें न कोई भी दूजियां दे लई नहीं झुकदा। धर तराजू तोलिए नीवें सुगोरा होए। जेकर तकड़ी दे विच कोई वस्तु रख के उसनू तोलिए तां भी जिहड़ा भारा पलड़ा है वही नीवा हुंदा है। नीवें सगोरा होए गोरा बहुत ही भारा पलड़ा। अपराधी दूना नीवें जो हंता मिर्ग आहे। इत्थे मिर्ग दा हिरन दा उदाहरण दिंदे होए गुरु नानक देव जी आखदे ने कहंदे जिहड़े मिर्गां दा शिकार करन वाला शिकारी है कहंदे उन्हां नूं मारन लई सब तो पहला की है सब तो वध की है झुकना पैंदा है नीवा होना पैंदा है। जेकर इस शिकारी की तरह मनुख का जिहड़ा मन है पवित्र नहीं है तो भैड़े पासे पै जाता है जां लग जाता है। सीस निवाइए क्या थिए जां हृदय कुसुदे जाए। कहते फिर सिर झुकाउण दा कोई भी लाभ नहीं है। क्या थिए कहते कोई लाभ नहीं है।
ਭਾਵੇਂ ਕਿ ਜਦੋਂ ਤੱਕ ਮਨ ਸਾਡਾ ਸਾਫ਼ ਨਹੀਂ ਹੁੰਦਾ, ਸਾਡਾ ਮਨ ਪਵਿੱਤਰ ਨਹੀਂ ਹੈ, ਉਦੋਂ ਤੱਕ ਮੱਥੇ ਟੇਕਣ ਤੇ ਸਿਰ ਝੁਕਾਉਣ ਦੇ ਨਾਲ ਕੁਝ ਵੀ ਨਹੀਂ ਬਣਦਾ। ਅਗਲਾ ਸ਼ਬਦ ਹੈ ਪੰਚ ਪਰਵਾਨ ਪੰਚ ਪ੍ਰਧਾਨ। ਇਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਵਿੱਚੋਂ ਹੀ ਲਿਆ ਗਿਆ ਹੈ। ਜੋ ਗੁਰੂ ਨਾਨਕ ਦੇਵ ਜੀ ਦੀ ਬਾਣੀ ਜਪਜੀ ਸਾਹਿਬ ਹੈ, ਉਸ ਦੀ ਇੱਕ ਪੌੜੀ ਹੈ। ਇਸ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੱਸਦੇ ਹਨ, ਕਹਿੰਦੇ ਪੰਚ ਪਰਵਾਨ ਤੇ ਪੰਜ ਪ੍ਰਧਾਨ। ਕਹਿੰਦੇ ਜੋ ਜੀਵ ਹੈ ਉਹ ਦਇਆ, ਧਰਮ, ਸਤ, ਸੰਤੋਖ ਅਤੇ ਧੀਰਜ ਵਰਗੇ ਗੁਣ ਗ੍ਰਹਿਣ ਕਰ ਲੈਂਦਾ ਹੈ। ਉਸ ਨੂੰ ਰੱਬੀ ਦਰਗਾਹ ਦੇ ਵਿੱਚ ਆਦਰ, ਮਾਣ ਤੇ ਸਤਿਕਾਰ ਵੀ ਪ੍ਰਾਪਤ ਹੁੰਦਾ ਹੈ। ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ, ਕਹਿੰਦੇ ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵੈ ਦਰਗਹਿ ਮਾਨ। ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਕਿ ਉਹ ਮਨੁੱਖ ਜਿਨ੍ਹਾਂ ਦੀ ਲਿਵ ਪ੍ਰਭੂ ਦੇ ਨਾਲ ਜੁੜ ਜਾਂਦੀ ਹੈ। ਪੰਚ ਪ੍ਰਧਾਨ ਕਹਿੰਦੇ ਉਹੀ ਪ੍ਰਭੂ ਦੇ ਦਰ ਤੇ ਪ੍ਰਵਾਨ ਹੁੰਦੇ ਹਨ, ਉਹਨਾਂ ਨੂੰ ਹੀ ਸਤਿਕਾਰ ਤੇ ਪੰਚੇ ਪਾਵੈ ਦਰਗਹਿ ਮਾਨ, ਉਹਨਾਂ ਨੂੰ ਹੀ ਸਤਿਕਾਰ ਤੇ ਮਾਨ ਪ੍ਰਾਪਤ ਹੁੰਦਾ ਹੈ। ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਵੀ ਉਹ ਗੁਰਮੁਖ ਜਨ ਆਦਰ ਪਾਉਂਦੇ ਹਨ। ਪੰਚੈ ਸੋ ਹੈ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ। ਕਹਿੰਦੇ ਰਾਜ ਦਰਬਾਰਾਂ ਦੇ ਵਿੱਚ ਵੀ ਉਹਨਾਂ ਦੀ ਸ਼ੋਭਾ ਹੁੰਦੀ ਹੈ। ਉਹਨਾਂ ਗੁਰਮੁਖਾਂ ਦਾ ਨਿਸ਼ਾਨਾ ਕੇਵਲ ਇੱਕੋ ਇੱਕ ਗੁਰੂ ਹੀ ਹੁੰਦਾ ਹੈ। ਪੰਚਾਂ ਕਾ ਗੁਰ ਏਕ ਧਿਆਨ। ਉਹਨਾਂ ਗੁਰਮੁਖਾਂ ਦਾ ਨਿਸ਼ਾਨਾ ਕੇਵਲ ਇੱਕੋ ਹੀ ਹੁੰਦਾ ਹੈ, ਉਹ ਹੈ ਗੁਰੂ। ਉਸ ਵਿੱਚ ਹੀ ਉਹਨਾਂ ਦਾ ਧਿਆਨ ਹੁੰਦਾ ਹੈ। ਜੇ ਕੋ ਕਹੇ ਕਰੇ ਵਿਚਾਰ, ਕਰਤੇ ਕਹਿ ਕਰਨੇ ਨਾਹੀਂ ਸੋ ਮਾਰ। ਜੇ ਕੋਈ ਮਨੁੱਖ ਉਸ ਅਕਾਲ ਪੁਰਖ ਦੇ ਕੰਮਾਂ ਦਾ ਅੰਤ ਪਾਉਣਾ ਲੋਚਦਾ ਹੈ ਜਾਂ ਜਾਣਨਾ ਚਾਹੁੰਦਾ ਹੈ ਤਾਂ ਉਹ ਕਦੇ ਵੀ ਨਹੀਂ ਪਾ ਸਕਦਾ, ਕਿਉਂਕਿ ਉਸ ਅਕਾਲ ਪੁਰਖ ਦੀ ਕੁਦਰਤ ਦਾ ਕੋਈ ਲੇਖਾ ਹੀ ਨਹੀਂ ਹੈ, ਭਾਵ ਉਸ ਦੇ ਕੰਮਾਂ ਦਾ ਕੋਈ ਹਿਸਾਬ ਨਹੀਂ ਲੈ ਸਕਦਾ। ਕਹਿੰਦੇ ਧੋਲ ਧਰਮ ਦਇਆ ਕਾ ਭੂਤ, ਸੰਤੋਖ ਥਾਪ ਰੱਖਿਆ ਜਿਨ ਸੋਤ। ਇੱਥੇ ਇੱਕ ਸਾਡੇ ਮਿਥਿਆਸ ਦੇ ਵਿੱਚੋਂ ਇਹ ਗੱਲ ਲਈ ਗਈ ਹੈ। ਇਹ ਸਾਡੀ ਇੱਕ ਮਿਥਿਆਸਿਕ ਗੱਲ ਹੈ ਕਿ ਜਿਹੜਾ ਧੋਲ ਹੈ, ਕਹਿੰਦੇ ਧੋਲ ਬਲਦ ਨੇ ਆਪਣੇ ਸਿੰਘਾਂ ਦੇ ਉੱਤੇ ਇਸ ਧਰਤੀ ਨੂੰ ਚੁੱਕਿਆ ਹੋਇਆ ਹੈ। ਇੰਨੀ ਵੱਡੀ ਧਰਤੀ ਦਾ ਜਿਹੜਾ ਭਾਰ ਹੈ ਉਹ ਭਲਾ ਇੱਕ ਬਲਦ ਕਿਵੇਂ ਚੁੱਕ ਸਕਦਾ ਹੈ। ਅਸਲ ਦੇ ਵਿੱਚ ਇਹ ਧੋਲ ਬਲਦ ਜਿਹੜਾ ਹੈ ਉਹ ਧਰਮ ਹੈ। ਇਹ ਧਰਮ ਰੂਪੀ ਜਿਹੜਾ ਬਲਦ ਹੈ ਉਹ ਦਇਆ ਕਾ ਪੋਤ, ਦਇਆ ਦਾ ਪੁੱਤਰ ਹੈ। ਸੰਤੋਖ ਥਾਪ ਰੱਖਿਆ ਜਿਨ ਸੋਤ। ਕਹਿੰਦੇ ਧਰਤੀ ਦਇਆ ਦੇ ਇਸ ਪੁੱਤਰ ਧਰਮ ਦੇ ਆਸਰੇ ਹੀ ਖੜੀ ਹੈ, ਭਾਵ ਜਿਸ ਦੇ ਹਿਰਦੇ ਵਿੱਚ ਦਇਆ ਹੈ ਉੱਥੇ ਹੀ ਧਰਮ ਪ੍ਰਫੁੱਲਿਤ ਹੁੰਦਾ ਹੈ, ਵੱਧਦਾ ਹੈ। ਇਸ ਧਰਮ ਨੇ ਹੀ ਆਪਣੀ ਮਰਿਆਦਾ ਦੇ ਅਨੁਸਾਰ ਸੰਤੋਖ ਨੂੰ ਜਨਮ ਦਿੱਤਾ ਹੋਇਆ ਹੈ। ਜੇ ਕੋ ਬੁਝੇ ਹੋਵੇ ਸਚਿਆਰ, ਤਵਲੇ ਉਪਰ ਕੀਤਾ ਭਾਰ। ਧਰਤੀ ਹੋਰ ਪਰੇ ਹੋਰ ਹੋਰ, ਤਿਸ ਦੇ ਭਾਰ ਤਲੇ ਕਵਨ ਜੋਰ। ਜੀ ਜਾਤ ਰੰਗਾ ਕੇ ਨਾਮ, ਸਭਨਾ ਲਿਖਿਆ ਵੜੀ ਕਲਾਮ। ਇਹੋ ਲੇਖਾ ਲਿਖ ਜਾਣੇ ਕੋਏ, ਲੇਖਾ ਲਿਖਿਆ ਕੀਤਾ ਹੋਏ। ਗੁਰੂ ਨਾਨਕ ਦੇਵ ਜੀ ਆਖਦੇ ਹਨ ਕਿ ਜੇ ਕੋ ਬੂਝੇ ਹੋਵੇ ਸਚਿਆਰ, ਜਿਹੜਾ ਵੀ ਕੋਈ ਮਨੁੱਖ ਇਸ ਵਿਚਾਰ ਨੂੰ ਸਮਝ ਲੈਂਦਾ ਹੈ, ਸਚਿਆਰ ਸੱਚ, ਉਹ ਸੱਚ ਨੂੰ ਪ੍ਰਾਪਤ ਕਰ ਲੈਂਦਾ ਹੈ, ਭਾਵ ਉਸ ਅੰਦਰ ਅਕਾਲ ਪੁਰਖ ਦੇ ਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ। ਧਰਤੀ ਹੋਰ ਪਰੇ ਹੋਰ ਹੋਰ, ਤਿਸ ਦੇ ਭਾਰ ਤਲੇ ਕਵਨ ਜੋਰ। ਜੇਕਰ ਕੋਈ ਧੌਲ ਬਲਦ ਵਾਲੀ ਗੱਲ ਨੂੰ ਸੱਚ ਮੰਨਦਾ ਹੈ
ਤਾਂ ਉਹ ਇਹ ਗੱਲ ਤਾਂ ਸੋਚੇ ਕਿ ਵਿਚਾਰਾ ਬਲਦ ਇੰਨੇ ਭਾਰ ਨੂੰ ਕਿਵੇਂ ਚੁੱਕ ਸਕਦਾ ਹੈ। ਤਿਸ ਦੇ ਭਾਰ ਤਲੇ ਕਮਨ ਚੋਰ। ਕਹਿੰਦੇ ਉਸਦੇ ਹੇਠਾਂ ਹੋਰ ਕੁਝ ਵੀ ਤਾਂ ਹੁੰਦਾ ਹੋਵੇਗਾ, ਇੰਨੀ ਵੱਡੀ ਧਰਤੀ ਦੇ ਹੇਠਾਂ ਕਿਸ ਦਾ ਜ਼ੋਰ ਚੱਲ ਸਕਦਾ ਹੈ। ਜੀ ਜਾਤ ਰੰਗਾਂ ਕੇ ਨਾਮ ਸਭਨਾ ਲਿਖਿਆ ਬੁੜੀ ਕਲਾਮ। ਇਸ ਧਰਤੀ ਉੱਤੇ ਬੇਅੰਤ ਰੰਗਾਂ ਅਤੇ ਜਾਤੀਆਂ ਦੇ ਜੀਵ ਵਸਦੇ ਹਨ। ਅਕਾਲ ਪੁਰਖ ਨੇ ਇਹਨਾਂ ਸਾਰਿਆਂ ਦੇ ਲੇਖ ਵੀ ਵੱਖਰੇ ਵੱਖਰੇ ਲਿਖੇ ਹਨ। ਲੇਖਾ ਲਿਖਿਆ ਕੀਤਾ ਹੋਏ। ਕਹਿੰਦੇ ਇਸ ਦਾ ਹਿਸਾਬ ਕਿਤਾਬ ਤਾਂ ਲਿਖਣ ਵਾਲਾ ਉਹ ਪ੍ਰਭੂ ਆਪ ਹੀ ਜਾਣਦਾ ਹੈ ਕਿ ਲੇਖਾ ਕਿੰਨਾ ਕੁ ਵੱਡਾ ਹੋਵੇਗਾ। ਇਹ ਲੇਖਾ ਲਿਖਣਾ ਮਨੁੱਖ ਦੇ ਵੱਸ ਦਾ ਕੰਮ ਨਹੀਂ ਹੈ। ਕੀਤਾ ਤਾਨ ਸਵਾਲਿਓ ਰੂਪ, ਕੀਤੀ ਦਾਤ ਜਾਣੇ ਕੌਣ ਕੋ, ਕੀਤਾ ਪਰਸਾਓ ਏਕੋ ਕਵਾਓ, ਤਿਸ ਦੇ ਹੋਏ ਲਖ ਦਰਿਆਓ, ਕੁਦਰਤ ਕਵਨ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੇ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਗੁਰੂ ਨਾਨਕ ਦੇਵ ਜੀ ਆਖਦੇ ਹਨ ਕੀਤਾ ਤਾਨ ਸਵਾਲਿਓ ਰੂਪ। ਤਾਨ ਹੁੰਦਾ ਬਲਵਾਨ। ਕਹਿੰਦੇ ਉਹ ਅਕਾਲ ਪੁਰਖ ਬੜਾ ਹੀ ਬਲਵਾਨ ਹੈ। ਸਵਾਲਿਓ ਸੁੰਦਰ ਰੂਪ ਵਾਲਾ ਅਤੇ ਬੜੇ ਹੀ ਸੁੰਦਰ ਸਰੂਪ ਵਾਲਾ ਹੈ। ਕੀਤੀ ਦਾਤ ਜਾਣੇ ਕੌਣ ਕੋਦ। ਉਸ ਦੀ ਸੁੰਦਰਤਾ ਅਤੇ ਜਿਹੜੀ ਸ਼ਕਤੀ ਹੈ ਉਹ ਬੜੀ ਪ੍ਰਸ਼ੰਸਾ ਦੇ ਯੋਗ ਹੈ। ਉਸ ਦੀ ਬੇਅੰਤ ਦਾਤ ਹੈ, ਉਸ ਦੀ ਬੇਅੰਤ ਸ਼ਕਤੀ, ਸੁੰਦਰ ਸਰੂਪ ਤੇ ਅਮੁੱਕ ਦਾਤ ਦਾ ਅਨੁਮਾਨ ਕੌਣ ਲਗਾ ਸਕਦਾ ਹੈ। ਕੀਤਾ ਪਸਾਓ ਏਕੋ ਕਵਾਓ, ਤਿਸ ਦੇ ਹੋਏ ਲਖ ਦਰਿਆਓ। ਕਹਿੰਦੇ ਉਸ ਅਕਾਲ ਪੁਰਖ ਨੇ ਆਪਣੇ ਇੱਕੋ ਹੀ ਹੁਕਮ ਦੇ ਨਾਲ ਇਹ ਸਾਰਾ ਪਸਾਰਾ ਭਾਵ ਕਿ ਖਲਾਰਾ ਜਾਂ ਇਹ ਸੰਸਾਰ ਬਣਾ ਛੱਡਿਆ ਹੈ। ਉਸ ਦੇ ਇੱਕੋ ਹੀ ਹੁਕਮ ਦੇ ਨਾਲ ਲੱਖਾਂ ਹੀ ਦਰਿਆ ਹੋਂਦ ਵਿੱਚ ਆ ਗਏ ਹਨ। ਉਸ ਦੀ ਬੇਅੰਤ ਮਾਇਆ ਹੈ। ਕੁਦਰਤ ਕਵਨ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੇ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਕਿ ਮੈਂ ਉਸ ਅਕਾਲ ਪੁਰਖ ਦੀ ਸ਼ਕਤੀ ਦਾ ਬਿਆਨ ਕਿਵੇਂ ਕਰਾਂ। ਮੈਂ ਉਸ ਕੁਦਰਤ ਦੇ ਕੰਮਾਂ ਨੂੰ ਬਿਆਨਣ ਤੋਂ ਅਸਮਰੱਥ ਹਾਂ। ਮੈਂ ਤਾਂ ਉਸ ਕੁਦਰਤ ਦੇ ਉੱਤੇ ਇੱਕ ਵਾਰ ਵੀ ਕੁਰਬਾਨ ਹੋਣ ਜੋਗਾ ਨਹੀਂ ਹਾਂ। ਭਾਵ ਮੇਰੀ ਹਸਤੀ ਉਸ ਅਕਾਲ ਪੁਰਖ ਦੇ ਅੱਗੇ ਤੁੱਛ ਹੈ। हे ਅਕਾਲ ਪੁਰਖ, ਜੋ ਤੈਨੂੰ ਚੰਗਾ ਲੱਗਦਾ ਹੈ ਉਹੀ ਕੰਮ ਭਲਾ ਹੈ, ਚੰਗਾ ਹੈ। ਤੂੰ ਸਦਾ ਅਟਲ ਰਹਿਣ ਵਾਲਾ ਹੈ। हे ਨਿਰੰਕਾਰ, ਤੇਰੀ ਰਜ਼ਾ ਵਿੱਚ ਰਹਿਣਾ ਹੀ ਠੀਕ ਹੈ। ਧੰਨਵਾਦ।